ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਪੰਜਾਬ ਦੇ ਵਿੱਚ ਲੋਹੜਿਆਂ ਦੀ ਗਰਮੀ ਇਸ ਵਕਤ ਪੈ ਰਹੀ ਹੈ। ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਇਹ ਸੰਭਾਵਨਾ ਹੀ ਰਹਿ ਗਈ। ਪੰਜਾਬ ਦੇ ਵਿੱਚ ਮੀਂਹ ਪਿਛਲੇ 24 ਘੰਟਿਆਂ ਦੇ ਵਿੱਚ ਨਹੀਂ ਪਿਆ ਤੇ ਆਉਂਦੇ ਸਮੇਂ ਦੇ ਵਿੱਚ ਕਿੰਨਾ ਕੁ ਪਵੇਗਾ, ਬੱਦਲਵਾਈ ਕਿਵੇਂ ਰਹੇਗੀ, ਕੁਝ ਕਹਿ ਨਹੀਂ ਸਕਦੇ। ਪਰ ਵੱਟ ਕੱਢਦੀ ਗਰਮੀ ਨੇ ਲੋਕਾਂ ਦਾ ਹਾਲ ਦੀ ਘੜੀ ਜਿਉਣਾ ਦੁੱਭਰ ਕੀਤਾ ਹੋਇਆ। ਅਗਲੀ ਜੇਕਰ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਜਿਸ ਤਰੀਕੇ ਦੇ ਨਾਲ ਲੋਕਡਾਊਨ ਤੋਂ ਬਾਅਦ, ਤਾਲਾਬੰਦੀ ਤੋਂ ਬਾਅਦ ਪੰਜਾਬ ਦੇ ਉਹ ਨੌਜਵਾਨ ਜਿਹੜੇ ਕਿ ਵਿਦੇਸ਼ ਦੀ ਉਡਾਰੀ ਭਰਨ ਦੇ ਚਾਹਵਾਨ ਸੀ, ਸਟੱਡੀ ਬੇਸ ਦੇ ਉੱਤੇ ਪੜ੍ਹਾਈ ਦੇ ਨਾਤੇ, ਉਹਨਾਂ ਨੂੰ ਆਉਂਦੇ ਸਮੇਂ ਦੇ ਵਿੱਚ ਕਦੋਂ ਕੁ ਜਾਣ ਦਾ ਮੌਕਾ ਮਿਲੂਗਾ ਇਹ ਤਾਂ ਵਕਤ ਨੇ ਬਿਆਨ ਕਰਨਾ। ਕਿਉਂਕਿ ਜਿੰਨੀ ਦੇਰ ਤੱਕ ਏਅਰਪੋਰਟ ਨਹੀਂ ਖੁੱਲ੍ਹਦੇ, ਜਿੰਨੀ ਦੇਰ ਤੱਕ ਇਮੀਗ੍ਰੇਸ਼ਨ ਦੇ ਕੰਮ ਸਹੀ ਤਰੀਕੇ ਨਾਲ ਨਹੀਂ ਚੱਲਦੇ, ਜਿੰਨੀ ਦੇਰ ਤੱਕ ਕਾਲਜਾਂ ਦੇ ਵਿੱਚ ਦਾਖਲਾ ਫੀਸਾਂ ਸ਼ੁਰੂ ਨਹੀਂ ਹੁੰਦੀਆਂ, ਉਨੀ ਦੇਰ ਤੱਕ ਪੰਜਾਬ ਦੇ ਉਹ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ, ਉਹਨਾਂ ਦੇ ਸੁਪਨੇ ਹਾਲ ਦੀ ਘੜੀ ਧਰੇ ਧਰਾਏ ਰਹਿ ਗਏ ਆ। ਇਸ ਤੋਂ ਇਲਾਵਾ ਇਹ ਵੀ ਦੱਸਣਾ ਬਣਦਾ ਹੈ ਕਿ ਆਪਾਂ ਸਾਰੇ ਜਾਣਦੇ ਹਾਂ, ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਸੀਟਾਂ ਖਾਲੀ ਰਹਿੰਦੀਆਂ ਸੀ, ਕਿਉਂਕਿ 12ਵੀਂ ਕਲਾਸ ਕਰਨ ਤੋਂ ਬਾਅਦ ਮੁੰਡੇ ਕੁੜੀਆਂ ਦਾ ਵੱਡਾ ਹਿੱਸਾ ਜਿਹੜਾ ਉਹ ਵਿਦੇਸ਼ ਦੇ ਵੱਲ ਜਾ ਕੇ ਪੜ੍ਹਾਈ ਦੇ ਨਾਂ ਦੇ ਉੱਤੇ ਸੈਟਲ ਹੋਣ ਦੀ ਇੱਛਾ ਪਾਲਦੇ ਆ। ਉਹਦੇ ਵੱਖੋ ਵੱਖਰੇ ਕਾਰਨ ਆ, ਕਿਉਂਕਿ ਸਾਡੇ ਦੇਸ਼ ਦੇ ਵਿੱਚ, ਸਾਡੇ ਸੂਬੇ ਦੇ ਵਿੱਚ ਜੇਕਰ ਰੁਜ਼ਗਾਰ ਦੇ ਸਹੀ ਮੌਕੇ ਜਿਹੜੇ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਏ ਗਏ ਹੁੰਦੇ ਤਾਂ ਸ਼ਾਇਦ ਇੰਨੀ ਵੱਡੀ ਖਿੱਚ ਨਾ ਹੁੰਦੀ। ਮਾਪਿਆਂ ਦਾ ਚਿੱਤ ਨਹੀਂ ਕਰਦਾ ਹੁੰਦਾ ਕਿ ਉਹ ਆਪਣੀ ਔਲਾਦ ਨੂੰ ਲੱਖਾਂ ਰੁਪਈਆ ਖਰਚ ਕਰਕੇ ਵਿਦੇਸ਼ ਦੇ ਵੱਲ ਭੇਜਣ, ਆਪਣੀਆਂ ਅੱਖਾਂ ਤੋਂ ਦੂਰ ਕਰਨ, ਪਰ ਮਜਬੂਰੀਆਂ ਕਈ ਤਰ੍ਹਾਂ ਦਾ ਰਾਹ ਰੋਕ ਖਲੋਂਦੀਆਂ। ਪਰ ਇਸ ਵਕਤ ਜਦੋਂ ਵੱਖ-ਵੱਖ ਵੋਕੇਸ਼ਨਲ ਕੋਰਸਾਂ ਦੇ ਵਿੱਚ ਜਿਹੜੇ ਕਿ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੇ ਆ, ਉਹਨਾਂ ਦੇ ਵਿੱਚ ਉਹ ਮੁੰਡੇ ਕੁੜੀਆਂ ਦਾਖਲਾ ਲੈ ਰਹੇ ਆ ਜਿਨ੍ਹਾਂ ਨੇ ਆਈਲੈਟਸ ਕੀਤੀ ਹੋਈ ਹੈ, ਜਿਨ੍ਹਾਂ ਦੀ ਇੱਛਾ ਸੀ ਕਿ ਅਸੀਂ ਇਸ ਬੈਚ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਵਿਦੇਸ਼ ਦੀ ਉਡਾਰੀ ਭਰਨੀ ਆ। ਉਹਨਾਂ ਦੇ ਵੱਲੋਂ ਹੁਣ ਗੈਪ ਨਾ ਪਵੇ ਪੜ੍ਹਾਈ ਦੇ ਵਿੱਚ, ਇਸ ਕਰਕੇ 6-6 ਮਹੀਨੇ ਦੇ ਜਾਂ 1-1 ਸਾਲ ਦੇ ਕੋਰਸ ਆ ਜਿਹੜੇ ਉਹ ਪੰਜਾਬ ਦੇ ਵੱਖ-ਵੱਖ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਆ। ਇਹ ਆਪਣੀ ਥਾਂ ਦੇ ਉੱਤੇ ਗੱਲ ਸਹੀ ਵੀ ਹੈ, ਕਿਉਂਕਿ ਗੈਪ ਨੂੰ ਮਿਟਾਉਣ ਦੇ ਲਈ ਇਹ ਇੱਕ ਢੁਕਵਾਂ ਸਾਧਨ ਆ, ਢੁਕਵਾਂ ਤਰੀਕਾ ਹੈਗਾ। ਆਪਾਂ ਸਾਰੇ ਜਾਣਦੇ ਹਾਂ ਕਿ ਕੋਈ ਵੇਲਾ ਸੀ, ਜੇਕਰ ਅਸੀਂ ਇੱਕ ਦਹਾਕਾ ਪਿਛਾਂਹ ਦੇ ਵੱਲ ਵੀ ਝਾਤ ਮਾਰ ਗਏ ਤਾਂ ਪੰਜਾਬ ਦੇ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਸੀਟਾਂ ਮਿਲਦੀਆਂ ਨਹੀਂ ਸੀ ਹੁੰਦੀਆਂ। ਇੱਕ ਸੀਟ ਦੇ ਲਈ ਮੈਰਿਟ ਦੇ ਆਧਾਰ ਦੇ ਉੱਤੇ ਫੈਸਲੇ ਹੁੰਦੇ ਸੀ, ਪਰ ਹੌਲੀ ਹੌਲੀ ਹਾਲਾਤ ਇਹੋ ਜਿਹੇ ਬਣੇ ਕਿ ਸੀਟਾਂ ਖਾਲੀ ਆ ਤੇ ਉਹ ਪੁਰ ਨਹੀਂ ਹੁੰਦੀਆਂ, ਬੇਸ਼ੱਕ ਜਿੰਨੀਆਂ ਮਰਜ਼ੀ ਪੇਸ਼ਕਸ਼ਾਂ ਕੀਤੀਆਂ ਜਾਣ। ਪਰ ਕੋਈ ਵੀ ਕਾਲਜ ਇਹੋ ਜਿਹਾ ਨਹੀਂ ਜਿੱਥੇ ਆਪਾਂ ਇਹ ਗੱਲ ਕਹਿ ਸਕਦੇ ਸੀ ਕਿ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਉਹ ਆਸਾਨ ਤਰੀਕੇ ਨਾਲ ਭਰ ਗਈਆਂ। ਪਰ ਇਸੇ ਦਰਮਿਆਨ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚੋਂ ਖਬਰਾਂ ਆਉਂਦੀਆਂ, ਕਦੇ ਬਰੈਂਪਟਨ ਦੇ ਵਿੱਚੋਂ, ਕਦੇ ਕਿਸੇ ਹੋਰ ਸ਼ਹਿਰ ਦੇ ਵਿੱਚੋਂ, ਖਾਸ ਕਰਕੇ ਮੁੰਡੇ ਜਿਹੜੇ ਲੜਦੇ ਆ ਆਪਸ ਦੇ ਵਿੱਚ, ਗਾਲੀ ਗਲੋਚ ਕਰਦੇ ਆ, ਉਦੋਂ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸਵਾਲ ਖੜੇ ਹੁੰਦੇ ਆ। ਮਾਪੇ ਇਹਨਾਂ ਲੋਕਾਂ ਨੂੰ 20-20 ਲੱਖ ਰੁਪਈਆ, 18-18 ਲੱਖ ਰੁਪਈਆ ਖਰਚ ਕੇ ਵਿਦੇਸ਼ ਦੇ ਵੱਲ ਭੇਜਦੇ ਆ ਕਿ ਇਹ ਪੜ੍ਹ ਲਿਖ ਕੇ ਨਾਲੇ ਆਪਣੀ ਜ਼ਿੰਦਗੀ ਬਣਾ ਲੈਣਗੇ, ਨਾਲੇ ਕਰਜ਼ਾ ਲਾਹ ਦੇਣਗੇ, ਨਾਲੇ ਟੱਬਰ ਦੇ ਬਾਕੀ ਜੀਆਂ ਨੂੰ 4 ਦਿਨ ਸੁੱਖ ਹੋ ਜਾਊਗਾ। ਪਰ ਜਿਸ ਤਰੀਕੇ ਦੇ ਨਾਲ ਗੁੰਡਾਗਰਦੀ ਉੱਥੇ ਜਾ ਕੇ ਹੁੰਦੀ ਹੈ, ਜਿਸ ਤਰੀਕੇ ਨਾਲ ਬਦਮਾਸ਼ੀਆਂ ਹੁੰਦੀਆਂ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਉੱਥੇ ਕਰਤੂਤਾਂ ਕਰਕੇ, ਮਾੜੀਆਂ ਹਰਕਤਾਂ ਕਰਕੇ ਤੇ ਸਾਰੇ ਹੀ ਵਿਦਿਆਰਥੀਆਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਜਿਸ ਤਰੀਕੇ ਦੇ ਨਾਲ ਉੱਥੋਂ ਦੇ ਕੁਝ ਕੁ ਨੌਜਵਾਨਾਂ ਦੀਆਂ, ਵਿਦਿਆਰਥੀਆਂ ਦੀਆਂ ਵੀਡੀਓ ਸਮੇਂ-ਸਮੇਂ ਦੇ ਉੱਤੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ, ਮਾਪਿਆਂ ਦੇ ਮਨਾਂ ਦੇ ਵਿੱਚ ਵੀ 100 ਕਿਸਮ ਦੇ ਸਵਾਲ ਪੈਦਾ ਹੁੰਦੇ ਆ ਤੇ ਸਾਰੇ ਹੀ ਵਿਦਿਆਰਥੀਆਂ ਦਾ ਅਕਸ ਵੀ ਇਸ ਤਰੀਕੇ ਨਾਲ ਖਰਾਬ ਹੁੰਦਾ। ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਜੰਗ ਚੱਲੀ ਹੋਈ ਹੈ ਕਿ ਇਹੋ ਜਿਹੇ ਵਿਦਿਆਰਥੀਆਂ ਨੂੰ ਡਿਪੋਰਟ ਕਰ ਦੇਣਾ ਚਾਹੀਦਾ। ਹਾਲਾਂਕਿ ਅਸੀਂ ਇਹਨੇ ਤਿੱਖੇ ਸ਼ਬਦ ਨਹੀਂ ਵਰਤਦੇ, ਪਰ ਜਿਹੜੇ ਲੋਕਾਂ ਨੂੰ ਅਕਲ ਨਹੀਂ ਆ ਰਹੀ ਹਾਲ ਦੀ ਘੜੀ ਵੀ, ਉਹਨਾਂ ਲੋਕਾਂ ਨੂੰ ਕੀ ਕਹੀਏ। ਇੱਕ ਪਾਸੇ ਅਸੀਂ ਪੰਜਾਬ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਇੱਥੇ ਗੈਂਗਸਟਰ ਆ, ਇੱਥੇ ਸਾਰਾ ਕੁਝ ਸਹੀ ਨਹੀਂ, ਅਸੀਂ ਇਸ ਕਰਕੇ ਵਿਦੇਸ਼ ਦੀ ਉਡਾਰੀ ਭਰਦੇ ਆ ਕਿਉਂਕਿ ਉੱਥੇ ਮਾਹੌਲ ਠੀਕ ਹੈ, ਉੱਥੇ ਸਾਡਾ ਭਵਿੱਖ ਬਣ ਸਕਦਾ ਹੈ। ਪਰ ਉੱਥੇ ਜਾ ਕੇ ਵੀ ਅਸੀਂ ਉਹੀ ਗੰਦ ਪਾਉਨੇ ਜਿਹੜਾ ਇੱਥੇ ਪਾਉਨੇ ਆ, ਤੇ ਮਤਲਬ ਇਹ ਆ ਕਿ ਅਸੀਂ ਉੱਥੇ ਵੀ ਪੰਜਾਬ ਵਾਲਾ ਮਾਹੌਲ ਬਣਾਉਣਾ ਚਾਹੁੰਦੇ ਆ। ਅਸੀਂ ਮਿੰਨੀ ਪੰਜਾਬ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਬਣਾਇਆ, ਇਹ ਇੱਕ ਤਸੱਲੀ ਵਾਲੀ ਗੱਲ ਹੈ। ਪਰ ਜੇਕਰ ਅਸੀਂ ਪੰਜਾਬ ਵਾਲੀਆਂ ਮਾੜੀਆਂ ਗੱਲਾਂ ਉੱਥੇ ਵੀ ਲੈ ਕੇ ਜਾਵਾਂਗੇ ਤਾਂ ਉੱਥੋਂ ਦੀਆਂ ਸਰਕਾਰਾਂ ਦੇ ਵੱਲੋਂ ਜੇਕਰ ਸਾਡੇ ਖਿਲਾਫ ਸਖਤੀ ਵਰਤੀ ਗਈ, ਫਿਰ ਅਸੀਂ ਇਹ ਗੱਲ ਕਹਿਣੀ ਆ ਕਿ ਸਾਡੇ ਭਾਈਚਾਰੇ ਦੇ ਖਿਲਾਫ ਇੱਦਾਂ ਦੀ ਨੀਤੀ ਅਪਣਾਈ ਗਈ, ਆਹ ਕੀਤਾ ਗਿਆ, ਉਹ ਕੀਤਾ ਗਿਆ। ਸੋ ਕੁਝ ਕੁ ਲੋਕ ਜਿਹੜੇ ਕਿ ਇਸ ਵਕਤ ਗੰਦ ਪਾ ਰਹੇ ਆ, ਉਹ ਨੌਜਵਾਨ, ਉਹ ਵਿਦਿਆਰਥੀ ਜਿਹੜੇ ਕਿ ਇਸ ਵਕਤ ਮਾਪਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰ ਰਹੇ, ਉਹ ਵਿਦਿਆਰਥੀ ਜਿਹੜੇ ਕਿ ਮਾਪਿਆਂ ਦੇ ਵੱਲੋਂ ਖਰਚ ਕੀਤੇ ਗਏ ਪੈਸਿਆਂ ਨੂੰ ਬਰਬਾਦ ਕਰਨ ਦੇ ਰਾਹ ਦੇ ਉੱਤੇ ਤੁਲੇ ਹੋਏ ਆ, ਉਹਨਾਂ ਲੋਕਾਂ ਦੇ ਕਰਕੇ, ਉਹਨਾਂ ਵਿਦਿਆਰਥੀਆਂ ਦੇ ਕਰਕੇ ਸਾਰੇ ਵਿਦਿਆਰਥੀਆਂ ਦਾ ਅਕਸ ਖਰਾਬ ਨਾ ਹੋਵੇ, ਇਸ ਗੱਲ ਦੀ ਅਸੀਂ ਹਮੇਸ਼ਾ ਕਾਮਨਾ ਕੀਤੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੋਰੋਨਾ ਦੇ ਸੰਕਟ ਦਰਮਿਆਨ ਇਸ ਵਾਰ ਸੂਬੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਵਿੱਚ ਵੋਕੇਸ਼ਨਲ ਕੋਰਸਾਂ ਦੀ ਡਿਮਾਂਡ 35% ਤੱਕ ਵੱਧ ਗਈ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਕਾਲਜਾਂ ਦੇ ਵਿੱਚ ਕਈ ਪਾਠਕ੍ਰਮਾਂ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਸਨ, ਕਿਉਂਕਿ ਸੂਬੇ
ਦੇ ਵਿੱਚੋਂ ਹਰ ਸਾਲ ਕਰੀਬ 1 ਲੱਖ ਬੱਚੇ ਹਾਇਰ ਸਟੱਡੀ ਦੇ ਲਈ ਵਿਦੇਸ਼ ਚਲੇ ਜਾਂਦੇ ਸਨ, ਪਰ ਐਤਕੀ ਇਹ ਸਭ ਨਹੀਂ ਹੋਇਆ। ਅੰਬੈਸੀਆਂ ਬੰਦ ਨੇ, ਵੀਜ਼ਾ ਤੇ ਇਮੀਗ੍ਰੇਸ਼ਨ ਸੰਬੰਧੀ ਕੰਮਕਾਜ ਨਾ ਦੇ ਬਰਾਬਰ ਹੋ ਰਹੇ ਨੇ। ਦੂਜੇ ਪਾਸੇ ਮਾਪੇ ਵੀ ਇਸ ਵਕਤ ਜਿੰਨੀ ਦੇਰ ਤੱਕ ਹਾਲਾਤ ਸੁਧਾਰ ਨਹੀਂ ਹੁੰਦੇ ਉਨੀ ਦੇਰ ਤੱਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਨਹੀਂ ਚਾਹੁੰਦੇ। ਸੋ ਵਿਦਿਆਰਥੀ 6 ਮਹੀਨੇ ਤੋਂ ਲੈ ਕੇ 1 ਸਾਲ ਦੇ ਡਿਪਲੋਮੇ ਵਾਲੇ ਕੋਰਸਾਂ ਦੇ ਵਿੱਚ ਦਾਖਲਾ ਲੈ ਰਹੇ ਨੇ। ਮਕਸਦ ਇਹ ਹੈ ਕਿ ਪੜ੍ਹਾਈ ਦੇ ਵਿੱਚ ਗੈਪ ਨਾ ਪਵੇ ਤੇ ਕੋਰਸਾਂ ਤੋਂ ਬਾਅਦ ਸਰਟੀਫਿਕੇਟ ਮਿਲ ਜਾਵੇ, ਤਾਂ ਜੋ 2021 ਦੇ ਜਨਵਰੀ ਜਾਂ ਮਈ ਦੇ ਸੈਸ਼ਨ ਦੇ ਵਿੱਚ ਵਿਦੇਸ਼ ਵਾਸਤੇ ਅਪਲਾਈ ਕੀਤਾ ਜਾ ਸਕੇ। 1 ਲੱਖ ਬੱਚੇ ਹਰ ਸਾਲ ਉਚੇਰੀ ਸਿੱਖਿਆ ਦੇ ਲਈ ਸੂਬੇ ਦੇ ਵਿੱਚੋਂ ਵਿਦੇਸ਼ ਵੱਲ ਚਲੇ ਜਾਂਦੇ ਨੇ, ਯਾਨੀ ਕਿ ਪੰਜਾਬ ਦੇ ਵਿੱਚੋਂ ਜਾਂਦੇ ਨੇ। 80% ਵਿਦਿਆਰਥੀ 12ਵੀਂ ਤੋਂ ਬਾਅਦ ਹਾਇਰ ਐਜੂਕੇਸ਼ਨ ਦੇ ਲਈ ਵਿਦੇਸ਼ ਦੇ ਵਿੱਚ ਜਾਂਦੇ ਨੇ। 90% ਇਨਕੁਆਰੀ ਮਈ ਜੂਨ ਦੇ ਵਿੱਚ ਹਾਇਰ ਸਟੱਡੀ ਦੇ ਲਈ ਇਮੀਗ੍ਰੇਸ਼ਨ ਕੰਸਲਟੈਂਟ ਦੇ ਕੋਲ ਆਉਂਦੀ ਸੀ। 10% ਇਨਕੁਆਰੀ ਮਈ ਜੂਨ ਦੇ ਵਿੱਚ ਕਰੋਨਾ ਦੇ ਕਰਕੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਕੋਲ ਆਈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕੁਕਿੰਗ, ਰਿਟੇਲ ਮੈਨੇਜਮੈਂਟ, VFX ਤੇ ਐਨੀਮੇਸ਼ਨ ਦੀ ਮੰਗ ਜ਼ਿਆਦਾ ਹੋਣ ਕਰਕੇ ਇਹਨਾਂ ਦੇ ਵੱਲ ਇਸ ਵਕਤ ਨੌਜਵਾਨ ਜ਼ਿਆਦਾ ਆਕਰਸ਼ਿਤ ਹੋ ਰਹੇ ਨੇ। ਮਈ ਇਨਟੇਕ ਦੇ ਵਿੱਚ 50,000 ਵਿਦਿਆਰਥੀ ਚਲੇ ਜਾਂਦੇ ਨੇ ਵਿਦੇਸ਼ ਦੇ ਵਿੱਚ, ਇਸ ਵਾਰ ਨਹੀਂ ਗਏ। ਇਮੀਗ੍ਰੇਸ਼ਨ ਕੰਸਲਟੈਂਟ ਦੇ ਮੁਤਾਬਕ ਸੂਬੇ ਦੇ ਵਿੱਚ ਹਾਇਰ ਸਟੱਡੀ ਦੇ ਲਈ 2 ਇਨਟੇਕ ਦੇ ਵਿੱਚ ਸਟੂਡੈਂਟ ਵਿਦੇਸ਼ ਜਾਂਦੇ ਨੇ, ਜਨਵਰੀ ਤੇ ਮਈ ਦੇ ਵਿੱਚ। ਮਈ ਇਨਟੇਕ ਦੇ ਵਿੱਚ ਕਰੀਬ 50,000 ਵਿਦਿਆਰਥੀ ਕੈਨੇਡਾ, UK, ਆਸਟ੍ਰੇਲੀਆ ਤੇ ਅਮਰੀਕਾ ਜਾਂਦੇ ਨੇ। ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਵਿਦਿਆਰਥੀ ਕੈਨੇਡਾ ਹੀ ਜਾਂਦੇ ਨੇ। ਇਸ ਵਿੱਚ ਦੁਆਬਾ ਖੇਤਰ ਦੇ ਸਭ ਤੋਂ ਜ਼ਿਆਦਾ ਵਿਦਿਆਰਥੀ ਸ਼ਾਮਲ ਹੁੰਦੇ ਨੇ। ਜਲੰਧਰ ਤੋਂ ਤਕਰੀਬਨ 80,000 ਵਿਦਿਆਰਥੀ ਕੈਨੇਡਾ, 15,000 UK ਤੇ 2,000 ਵਿਦਿਆਰਥੀ ਅਮਰੀਕਾ ਜਾਂਦੇ ਰਹੇ ਨੇ। ਕੈਨੇਡਾ ਸਰਕਾਰ ਦੀਆਂ ਉਦਾਰਵਾਦੀ ਨੀਤੀਆਂ ਤੇ ਪੜ੍ਹਾਈ ਦੌਰਾਨ ਜੌਬ ਤੇ PR ਦੀ ਸਹੂਲਤ ਦੇ ਚੱਲਦੇ ਪੰਜਾਬ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਕੈਨੇਡਾ ਹੈ। ਕੈਨੇਡਾ ਦੇ 200 ਤੋਂ ਵੱਧ ਕਾਲਜਾਂ ਨੇ ਆਪਣੇ ਦੁਆਰ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਖੋਲ੍ਹੇ ਹੋਏ ਨੇ। ਪੰਜਾਬੀ ਨੌਜਵਾਨ ਇਸ ਮੌਕੇ ਦਾ ਭਰਪੂਰ ਲਾਭ ਲੈ ਰਹੇ ਨੇ। ਪਿਛਲੇ 2 ਸਾਲਾਂ ਤੋਂ ਕੈਨੇਡਾ ਦੇ ਵਿੱਚ 5 ਲੱਖ ਵਿਦੇਸ਼ੀ ਵਿਦਿਆਰਥੀਆਂ ਨੇ ਪੰਜੀਕਰਨ ਕੀਤਾ, ਜਿਹਦੇ ਵਿੱਚ 1.25 ਲੱਖ ਪੰਜਾਬੀ ਨੇ। ਬਠਿੰਡਾ ਦੇ ਪ੍ਰੋਫੈਸਰ NK ਗੋਸਾਈ ਕਹਿੰਦੇ ਨੇ ਇਸ ਵਾਰ ਕਰੋਨਾ ਦੇ ਚੱਲਦਿਆਂ ਸਭ ਕੁਝ ਅਸਤ ਵਿਅਸਤ ਹੋ ਗਿਆ, ਪੜ੍ਹਾਈ ਵੀ ਪ੍ਰਭਾਵਿਤ ਹੋਈ ਹੈ। ਚੰਗੀ ਗੱਲ ਇਹ ਹੈ ਕਿ ਇਸ ਵਾਰ ਵੋਕੇਸ਼ਨਲ ਕੋਰਸਾਂ ਦੀ ਡਿਮਾਂਡ ਦੇ ਵਿੱਚ ਤਕਰੀਬਨ 35% ਇਜ਼ਾਫਾ ਹੋਇਆ। ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਵਿੱਚ ਗੈਪ ਨਹੀਂ ਆਵੇਗਾ। ਇਹਨਾਂ ਕੋਰਸਾਂ ਦੀ ਵਿਦੇਸ਼ਾਂ ਦੇ ਵਿੱਚ ਕਾਫੀ ਮਾਨਤਾ ਹੈ। ਸਰਕਾਰ ਇਹਨਾਂ ਕੋਰਸਾਂ ਦਾ ਪ੍ਰਚਾਰ ਤੇ ਪ੍ਰਸਾਰ ਕਰੇ ਤਾਂ ਦਾਖਲੇ ਦੇ ਵਿੱਚ ਹੋਰ ਵੀ ਇਜ਼ਾਫਾ ਹੋ ਸਕਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਪੰਜਾਬ ਦੇ ਜੋ ਵਿਦਿਆਰਥੀ ਨੇ ਉਹ ਸਭ ਤੋਂ ਵੱਧ ਕੈਨੇਡਾ ਦੇ ਵੱਲ ਆਕਰਸ਼ਿਤ ਹੁੰਦੇ ਆ। ਜਿਵੇਂ ਕਿ ਅਸੀਂ ਇਸ ਰਿਪੋਰਟ ਦੇ ਵਿੱਚ ਦੱਸਿਆ ਕਿ ਉਹਨਾਂ ਨੂੰ ਪੱਕੇ ਹੋਣ ਦੇ, ਉਹਨਾਂ ਨੂੰ ਨੌਕਰੀ ਦੇ ਮੌਕੇ ਇੱਥੇ ਵੱਧ ਮਿਲਦੇ ਆ, ਤੇ ਜਿੱਥੋਂ ਵੀ ਜਿਹੜੇ ਵੀ ਦੇਸ਼ ਦੇ ਵਿੱਚੋਂ ਵੱਧ ਮੌਕੇ ਮਿਲਣਗੇ ਵਿਦਿਆਰਥੀਆਂ ਨੇ ਉਧਰ ਜਾਣਾ ਹੀ ਹੈ। ਇਹ ਗੱਲ ਕੁਦਰਤੀ ਹੈ, ਪਰ ਫਿਰ ਉੱਥੇ ਆ ਕੇ ਗੱਲ ਮੁੱਕਦੀ ਹੈ ਕਿ ਪੰਜਾਬ ਦੇ ਵਿੱਚ ਜੇਕਰ ਸਾਰੀਆਂ ਸਹੀ ਨੀਤੀਆਂ ਹੋਣ, ਜੇਕਰ ਇੱਥੇ ਯੋਗਤਾ ਦੇ ਮੁਤਾਬਕ ਕੰਮ ਮਿਲਦਾ ਹੋਵੇ ਤਾਂ ਕਿਸੇ ਦਾ ਚਿੱਤ ਨਹੀਂ ਕਰਦਾ, ਜੀ ਨਹੀਂ ਕਰਦਾ ਕਿ ਜ਼ਮੀਨਾਂ ਵੇਚ ਜਾਂ ਜ਼ਮੀਨਾਂ ਗਹਿਣੇ ਕਰਕੇ ਜਾਂ ਸ਼ਾਹੂਕਾਰਾਂ ਤੋਂ ਕਰਜ਼ਾ ਫੜ ਕੇ ਤੇ ਮਾਪੇ ਆਪਣੀ ਧੀ ਜਾਂ ਪੁੱਤ ਨੂੰ ਵਿਦੇਸ਼ ਦੇ ਵੱਲ ਭੇਜਣ। ਪਰ ਉਹਨਾਂ ਦੇਸ਼ਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਹੁਨਰ ਨੂੰ ਪਛਾਣਿਆ, ਜਿਨ੍ਹਾਂ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਤੇ ਉਹਨਾਂ ਵਿਦਿਆਰਥੀਆਂ ਨੇ ਕੁਝ ਕਰਕੇ ਦਿਖਾਇਆ। ਪਰ ਸਾਰੇ ਵਿਦਿਆਰਥੀ ਵੀ ਇੱਕੋ ਜਿਹੇ ਨਹੀਂ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜੇਕਰ ਕਿਸੇ ਨੂੰ 7 ਬੈਂਡ ਆ ਗਏ ਜਾਂ 6 ਬੈਂਡ ਆ ਗਏ ਜਾਂ ਜਿੰਨੇ ਮਰਜ਼ੀ ਬੈਂਡ ਆਏ ਆ, ਉਹ ਬੰਦਾ ਤਾਂ ਉਹੋ ਜਿਹਾ ਹੀ ਰਹੂਗਾ, ਬੇਸ਼ੱਕ ਉਹਨੇ ਜਿੰਨੀ ਮਰਜ਼ੀ ਵਿੱਦਿਆ ਹਾਸਲ ਕੀਤੀ ਹੈ। ਜਿਹੜਾ ਵਿਅਕਤੀ ਇੱਥੇ ਜੋ ਕੁਝ ਕਰਦਾ ਉਸੇ ਵਿਦਿਆਰਥੀ ਨੇ ਬਾਹਰ ਜਾ ਕੇ ਵੀ ਉਹ ਕੁਝ ਕਰਨਾ। ਇਹਦਾ ਮਤਲਬ ਇਹ ਨਹੀਂ ਕਿ ਦਿੱਲੀ ਦੇ ਏਅਰਪੋਰਟ ਤੇ ਜਾ ਕੇ ਉਹਦੇ ਵਿੱਚ ਚਿੱਪ ਬਦਲ ਜਾਣੀ ਹੈ, ਉਹ ਵੱਖਰੇ ਵਿਅਕਤੀਤਵ ਦਾ ਮਾਲਕ ਹੋ ਜਾਣਾ। ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਲੜਾਈ ਝਗੜੇ ਦੀਆਂ ਵੀਡੀਓ ਵਾਇਰਲ ਹੁੰਦੀਆਂ, ਉਹਨਾਂ ਨੇ ਜਿਸ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦਾ ਅਕਸ ਖਰਾਬ ਕਰਨ ਦਾ ਮੌਕਾ ਬਣਾਇਆ, ਉਹਦੇ ਬਾਬਤ ਸਮੇਂ-ਸਮੇਂ ਤੇ ਕਈ ਕਿਸਮ ਦੀਆਂ ਗੱਲਾਂ ਹੁੰਦੀਆਂ। ਹੁਣ ਵੀ ਪਿਛਲੇ 3-4 ਦਿਨਾਂ ਤੋਂ ਇੱਕ ਵੀਡੀਓ ਬਹੁਤ ਵੱਡੇ ਪੱਧਰ ਦੇ ਉੱਤੇ ਵਾਇਰਲ ਹੋ ਰਹੀ ਹੈ। ਇੱਕ ਥਾਂ ਤੇ ਨੌਜਵਾਨਾਂ ਦੀਆਂ ਗੱਡੀਆਂ ਖੜੀਆਂ, ਉਸ ਤੋਂ ਬਾਅਦ ਉਹ ਇੱਕ ਦੂਜੇ ਦੇ ਖਿਲਾਫ ਇਹੋ ਜਿਹੀ ਸ਼ਬਦਾਵਲੀ ਵਰਤਦੇ, ਗੰਦੀ, ਇੰਨੀਆਂ ਭੈੜੀਆਂ ਗਾਲਾਂ ਕੱਢਦੇ ਆ ਕਿ ਉਹਨਾਂ ਦਾ ਜ਼ਿਕਰ ਇੱਥੇ ਨਹੀਂ ਕੀਤਾ ਜਾ ਸਕਦਾ। ਤੇ ਲੋਕਾਂ ਨੇ ਇਹ ਵੀਡੀਓ ਪਾ ਕੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਇਹਨਾਂ ਲੋਕਾਂ ਨੂੰ ਚੱਕ ਕੇ ਵਾਪਸ ਪੰਜਾਬ ਭੇਜ ਦੇਣਾ ਚਾਹੀਦਾ। ਇਹਨਾਂ ਵਿਦਿਆਰਥੀਆਂ ਨੇ ਸਾਰੇ ਵਿਦਿਆਰਥੀਆਂ ਦੇ ਅਕਸ ਨੂੰ ਖਰਾਬ ਕੀਤਾ। ਇਹ ਵਿਦਿਆਰਥੀ ਨੇ ਜਿਹੜੇ ਵਿਗੜੈਲ ਨੇ, ਇਹ ਵਿਦਿਆਰਥੀ ਜੇਕਰ ਆਸਟ੍ਰੇਲੀਆ ਵੀ ਜਾਂਦੇ, ਜੇਕਰ ਨਿਊਜ਼ੀਲੈਂਡ ਵੀ ਜਾਂਦੇ, ਜੇਕਰ ਅਮਰੀਕਾ ਵੀ ਜਾਂਦੇ ਤਾਂ ਇਹਨਾਂ ਨੇ ਇਹੋ ਜਿਹੇ ਹੀ ਰਹਿਣਾ ਸੀ। ਸੋ ਜ਼ਰੂਰਤ ਇਸ ਵਕਤ ਇਸ ਗੱਲ ਦੀ ਹੈ ਕਿ ਅਸੀਂ ਬਦਮਾਸ਼ੀਆਂ ਕਰਨੀਆਂ ਬੰਦ ਕਰੀਏ। ਅਸੀਂ ਇਸ ਗੱਲ ਦੇ ਸਾਰ ਨੂੰ ਸਮਝੀਏ ਕਿ ਕਿਹੜੇ ਕੰਮ ਦੇ ਲਈ ਸਾਨੂੰ ਮਾਪਿਆਂ ਨੇ ਭੇਜਿਆ, ਅਸੀਂ ਇੱਥੇ ਕਿਹੜੀ ਪੜ੍ਹਾਈ ਕਰਨੀ ਆ, ਅਸੀਂ ਇਸ ਦੇਸ਼ ਦੇ ਨਿਯਮਾਂ ਦੇ ਮੁਤਾਬਕ ਕਿਵੇਂ ਚੱਲਣਾ। ਜੇਕਰ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਵੀ ਗੰਦ ਪਾਉਣਾ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਗੰਦ ਪਾਉਣਾ ਤੇ ਗੰਦ ਤਾਂ ਆਪਾਂ ਇੱਥੇ ਵੀ ਪਾਈ ਜਾਂਦੇ ਹਾਂ ਤੇ ਫਿਰ ਆਪਾਂ ਇੱਥੇ ਰਹਿ ਲਈਏ। ਅਸੀਂ ਸਾਰੇ ਵਿਦਿਆਰਥੀਆਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੀਏ। ਇੱਕ ਮੱਛੀ ਹੈ
ਜਿਹੜੀ ਉਹ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਹੈ। ਪਰ ਹੁਣ ਤਾਂ ਵੱਖ-ਵੱਖ ਵੀਡੀਓ ਦੇ ਵਿੱਚ ਦਰਜਨਾਂ ਦੀ ਗਿਣਤੀ ਦੇ ਵਿੱਚ ਇਹੋ ਜਿਹੀਆਂ ਮੱਛੀਆਂ ਦਿਖਾਈ ਦਿੰਦੀਆਂ ਜਿਨ੍ਹਾਂ ਦੇ ਕਰਕੇ ਅਕਸ ਖਰਾਬ ਹੁੰਦਾ। ਕਦੇ ਕਿਸੇ ਬੇਸਮੈਂਟ ਤੋਂ ਖਬਰ ਆਉਂਦੀ ਹੈ ਕਿ ਉੱਥੇ ਲੜਾਈ ਲੜੀ ਜਾ ਰਹੀ ਹੈ, ਕਦੇ ਕਿਸੇ ਨਾਲ ਉੱਦਾਂ ਗਾਲ ਦੁੱਪੜ ਦੀ ਗੱਲ, ਕਦੇ ਕੋਈ ਗੱਲ। ਜੀ ਨਹੀਂ ਕਰਦਾ ਕਿ ਆਪਣੇ ਭਾਈਚਾਰੇ ਦੇ ਲੋਕਾਂ ਨੂੰ, ਆਪਣੇ ਵਿਦਿਆਰਥੀ ਸਾਥੀਆਂ ਨੂੰ, ਭੈਣਾਂ ਭਾਈਆਂ ਨੂੰ ਇਹੋ ਜਿਹੇ ਸ਼ਬਦ ਵਰਤੇ ਜਾਣ। ਪਰ ਦੁੱਖ ਹੁੰਦਾ ਇਸ ਗੱਲ ਦਾ ਕਿ ਇੱਕ ਪਾਸੇ ਉਹ ਪੰਜਾਬੀ ਆ ਜਿਨ੍ਹਾਂ ਨੇ ਪੰਜਾਬ ਦੀ ਤੂਤੀ ਹਰ ਥਾਂ ਦੇ ਉੱਤੇ ਬੋਲਣ ਲਾਈ ਹੈ, ਦੂਜੇ ਪਾਸੇ ਇਹ ਮੂਰਖ ਮੱਤੇ ਲੋਕ ਆ ਜਿਹੜੇ ਬਦਮਾਸ਼ੀਆਂ ਗੁੰਡਾਗਰਦੀ ਕਰਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਆ। ਰੱਬ ਦਾ ਵਾਸਤਾ ਆਪਣੇ ਮਾਪਿਆਂ ਦੀ ਕਮਾਈ ਦਾ ਖਿਆਲ ਕਰੋ ਤੇ ਭਵਿੱਖ ਦੇ ਵਿੱਚ ਕੁਝ ਬਣਨ ਦੇ ਬਾਰੇ ਸੋਚੋ, ਨਾ ਕਿ ਗੁੰਡਾ ਅਨਸਰ ਅਖਵਾਉਣ ਦੇ ਵਿੱਚ, ਬਦਮਾਸ਼ੀਆਂ ਕਰਨ ਦੇ ਵਿੱਚ ਮੁਹਾਰਤ ਹਾਸਲ ਕਰੋ। ਪੰਜਾਬ ਦੇ ਵਿੱਚ 1.5 ਸਾਲ ਬਾਅਦ ਵੋਟਾਂ ਪੈਣੀਆਂ, ਯਾਨੀ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ। ਪਰ ਜਿਸ ਤਰੀਕੇ ਦੇ ਨਾਲ ਹੁਣੇ ਤੋਂ ਕਈ ਤਰ੍ਹਾਂ ਦੀਆਂ ਸਿਆਸੀ ਸਰਗਰਮੀਆਂ ਸ਼ੁਰੂ ਹੋਈਆਂ, ਉਹਨਾਂ ਦਾ ਮਕਸਦ ਇੱਕੋ ਹੀ ਆ ਕਿ 1.5 ਸਾਲ ਬਾਅਦ ਹੋਣ ਵਾਲੀਆਂ ਵੋਟਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਕਦੇ ਖਬਰਾਂ ਇਹ ਆਉਂਦੀਆਂ ਕਿ ਨਵਜੋਤ ਸਿੰਘ ਸਿੱਧੂ ਮੈਦਾਨ ਦੇ ਵਿੱਚ ਆ ਰਹੇ ਆ, ਉਹ ਐਤਕੀ ਸਮੁੱਚੀ ਬੈਟਿੰਗ ਆ ਜਿਹੜੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਕਰਨੀ ਚਾਹੁੰਦੇ ਆ। ਕਦੇ ਖਬਰਾਂ ਇਹ ਆਉਂਦੀਆਂ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਰਖੜਾ ਨੂੰ ਪੱਟ ਲਿਆ। ਕਦੇ ਖਬਰਾਂ ਇਹ ਆਉਂਦੀਆਂ ਕਿ ਢੀਂਡਸਾ ਹੋਰਾਂ ਨੇ ਬ੍ਰਹਮਪੁਰਾ ਹੋਰਾਂ ਦੇ ਨਾਲ ਮੀਟਿੰਗ ਕੀਤੀ ਹੈ। ਤੇ ਹੁਣ ਖਬਰ ਇਹ ਆ ਚੁੱਕੀ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਕਿਹਾ ਕਿ ਹਿੰਦੂ ਵੋਟ ਨੂੰ ਹਾਸਲ ਕਰਨ ਦੇ ਲਈ ਅਕਾਲੀ ਦਲ ਟਕਸਾਲੀ ਨੂੰ ਭੰਗ ਕਰਨ ਦੇ ਚਾਹਵਾਨ ਢੀਂਡਸਾ ਹੋਰੀ, ਪਰ ਇੱਦਾਂ ਨਹੀਂ ਹੋਊਗਾ। ਬ੍ਰਹਮਪੁਰਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਜੇਕਰ ਚਾਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਅਕਾਲੀ ਦਲ ਟਕਸਾਲੀ ਦੇ ਵਿੱਚ ਕੋਈ ਮਹੱਤਵਪੂਰਨ ਅਹੁਦਾ ਦੇ ਸਕਦੇ ਹਾਂ, ਪਰ ਉਹ ਪਾਰਟੀ ਦੇ ਬਣ ਕੇ ਰਹਿਣ, ਪਾਰਟੀ ਦੇ ਵਿੱਚ ਰਹਿ ਕੇ ਕੰਮ ਕਰਨ। ਜੇਕਰ ਉਹਨਾਂ ਨੇ ਨਵੀਂ ਪਾਰਟੀ ਬਣਾਉਣੀ ਆ ਤਾਂ ਉਹਦੀ ਜ਼ਰੂਰਤ ਕੀ ਹੈ, ਜਦੋਂ ਪਹਿਲਾਂ ਪਾਰਟੀ ਹੈਗੀ ਆ, ਆਓ ਆਪਾਂ ਇਹਦੇ ਵਿੱਚ ਮਿਲ ਕੇ ਕੰਮ ਕਰਦੇ ਆ। ਪਰ ਜੇਕਰ ਉਹਨਾਂ ਦੇ ਮਨ ਦੇ ਵਿੱਚ ਕੁਝ ਹੋਰ ਹੈ ਕਿ ਅਸੀਂ ਹਿੰਦੂ ਵੋਟ ਨੂੰ ਨਾਲ ਜੋੜਨਾ, ਇਧਰ ਟਕਸਾਲੀ ਸ਼ਬਦ ਹੋਣ ਕਰਕੇ, ਅਕਾਲੀ ਦਲ ਟਕਸਾਲੀ ਨਾਲ ਜੁੜਿਆ ਹੋਣ ਕਰਕੇ ਉਹ ਵੋਟ ਨਹੀਂ ਮਿਲਣੀ, ਤਾਂ ਇਹ ਇੱਕ ਵੱਖਰੀ ਗੱਲ ਹੈ। ਇਹ ਢੀਂਡਸਾ ਸਾਹਿਬ ਦੀ ਗਲਤ ਵਿਚਾਰਧਾਰਾ ਹੋ ਸਕਦੀ ਹੈ। ਬ੍ਰਹਮਪੁਰਾ ਦੇ ਕਹਿਣ ਦੇ ਮੁਤਾਬਕ ਬ੍ਰਹਮਪੁਰਾ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਦਿੱਲੀ ਦੇ ਵਿੱਚ ਬੈਠੇ ਕੁਝ ਕੁ ਲੋਕਾਂ ਦੇ ਮੁਤਾਬਕ ਢੀਂਡਸਾ ਸਾਹਿਬ ਚੱਲ ਰਹੇ ਆ, ਉਹਨਾਂ ਨੇ ਇਸ ਵਕਤ ਸੋਚ ਸਮਝ ਕੇ ਫੈਸਲਾ ਲੈਣਾ ਵੀ ਕਿਹੜੇ ਪਾਸੇ ਨੂੰ ਜਾਣਾ ਤੇ ਕਿਹੜੇ ਪਾਸੇ ਨੂੰ ਨਹੀਂ ਜਾਣਾ। ਪਰ ਇਹ ਗੱਲ ਸੱਚੀ ਹੈ ਕਿ ਅਕਾਲੀ ਦਲ ਟਕਸਾਲੀ ਆ ਜਿਹੜਾ, ਜਦੋਂ ਸ਼ੁਰੂਆਤ ਹੋਈ ਸੀ ਉਸ ਵਕਤ ਇਹ ਗੱਲ ਵਾਰ-ਵਾਰ ਦੁਹਰਾਉਂਦਾ ਸੀ ਕਿ ਸਾਡਾ ਉਭਾਰ ਚੰਗਾ ਹੋ ਰਿਹਾ, ਅਸੀਂ ਕੁਝ ਵੱਖਰਾ ਕਰਕੇ ਦਿਖਾਵਾਂਗੇ, ਪਰ ਉਹ ਕੁਝ ਵੱਖਰਾ ਹੋਇਆ ਨਹੀਂ ਜਿਹੜਾ ਕਿ ਹੋਣਾ ਚਾਹੀਦਾ ਸੀ। ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਵੀ ਸੀਟ ਤੋਂ ਜ਼ਮਾਨਤ ਨਹੀਂ ਬਚੀ। ਉਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਵੀ ਚੁਣੌਤੀਆਂ ਤੇ ਪੂਰੇ ਪੰਜਾਬ ਦੇ ਵਿੱਚ ਟਕਸਾਲੀ ਦਲ ਆਪਣਾ ਢਾਂਚਾ ਖੜਾ ਨਹੀਂ ਕਰ ਸਕਿਆ। ਇਸ ਵਕਤ ਵੀ ਅਕਾਲੀ ਦਲ ਟਕਸਾਲੀ ਦੇ ਮੂਹਰੇ 100 ਕਿਸਮ ਦੀਆਂ ਚੁਣੌਤੀਆਂ, ਕਿਉਂਕਿ ਜੇਕਰ ਉਹ ਇਕੱਲੇ ਚੋਣ ਲੜਨੀ ਚਾਹੁਣ ਆਉਂਦੇ ਸਮੇਂ ਦੇ ਵਿੱਚ ਕੁਝ ਨਹੀਂ ਵਟਿਆ ਜਾਣਾ, ਇਹ ਅੱਜ ਹੀ ਗੱਲ ਸਾਫ਼ ਹੈ। ਪਰ ਉਹ ਕਿਹਦੇ ਨਾਲ ਜੁੜਨਗੇ ਤੇ ਕੌਣ-ਕੌਣ ਇਹਨਾਂ ਦੇ ਨਾਲ ਜੁੜਨਗੇ, ਇਹ ਗੱਲ ਵਕਤ ਨੇ ਬਿਆਨ ਕਰਨੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਵੱਖ ਹੋ ਕੇ ਸੀਨੀਅਰ ਨੇਤਾਵਾਂ ਦੇ ਵੱਲੋਂ ਬਣਾਈ ਗਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ ਬਾਅਦ ਹੁਣ ਸੀਨੀਅਰ ਟਕਸਾਲੀ ਨੇਤਾਵਾਂ ਦੇ ਵਿੱਚ ਵੀ ਫੁੱਟ ਪੈਂਦੀ ਨਜ਼ਰ ਆ ਰਹੀ ਹੈ। ਅਕਾਲੀ ਦਲ ਟਕਸਾਲੀ ਨੂੰ ਬਾਹਰੀ ਸਮਰਥਨ ਦੇਣ ਵਾਲੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਟਕਸਾਲੀ ਨੂੰ ਭੰਗ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਢੀਂਡਸਾ ਦੀ ਇਸ ਮੰਗ ਨੂੰ ਟਕਸਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਨਕਾਰ ਦਿੱਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਇਹ ਪਾਰਟੀ ਤਾਂ ਭੰਗ ਨਹੀਂ ਹੋ ਸਕਦੀ, ਪਰ ਜੇਕਰ ਸੁਖਦੇਵ ਸਿੰਘ ਚਾਹੁਣ ਤਾਂ ਕੋਈ ਅਹੁਦਾ ਲੈ ਸਕਦੇ ਨੇ। ਉਹਨਾਂ ਨੇ ਕਿਹਾ ਕਿ ਹਿੰਦੂ ਵੋਟ ਬੈਂਕ ਦੀ ਖਾਤਰ ਢੀਂਡਸਾ ਸਾਹਿਬ ਅਕਾਲੀ ਦਲ ਟਕਸਾਲੀ ਨੂੰ ਭੰਗ ਕਰਨਾ ਚਾਹੁੰਦੇ ਨੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਢੀਂਡਸਾ ਸਾਹਿਬ ਦੇ ਨਾਲ ਮੇਰੀ 2 ਵਾਰ ਮੁਲਾਕਾਤ ਹੋਈ ਹੈ। ਉਹਨਾਂ ਨੇ ਕਿਹਾ ਕਿ ਬੀਤੇ ਦਿਨੀ ਢੀਂਡਸਾ ਸਾਹਿਬ ਸਾਡੇ ਘਰ ਸੇਖਵਾਂ ਦੇ ਨਾਲ ਆਏ ਸਨ, ਜਿੱਥੇ ਮੈਂ ਉਹਨਾਂ ਨੂੰ ਨਵੀਂ ਪਾਰਟੀ ਬਣਾਉਣ ਦੇ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਸੀ। ਬ੍ਰਹਮਪੁਰਾ ਨੇ ਕਿਹਾ ਕਿ ਉਹਨਾਂ ਨੇ ਢੀਂਡਸਾ ਸਾਹਿਬ ਨੂੰ ਕਿਹਾ ਸੀ ਕਿ ਆਪਾਂ ਹੁਣ ਤੱਕ ਇਕੱਠੇ ਰਹੇ ਹਾਂ ਤੇ ਲੋਕ ਚਾਹੁੰਦੇ ਨੇ ਕਿ ਪੰਥਕ ਏਕਤਾ ਹੋਵੇ ਤੇ ਕਾਂਗਰਸ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਖਿਲਾਫ ਲੋਕ ਚਾਹੁੰਦੇ ਨੇ ਕਿ ਅਸੀਂ ਖੜੇ ਹੋਈਏ। ਢੀਂਡਸਾ ਸਾਹਿਬ ਨੂੰ ਪ੍ਰਧਾਨਗੀ ਦੀ ਪੇਸ਼ਕਸ਼ ਦਿੰਦੇ ਹੋਏ ਉਹਨਾਂ ਕਿਹਾ ਕਿ ਜੇਕਰ ਢੀਂਡਸਾ ਨੇ ਕੁਝ ਬਣਨਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਬਣ ਜਾਣ, ਪਰ ਮੇਰੀ ਸ਼ਰਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਰਕਰਾਰ ਰਹੇਗੀ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਨੂੰ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਢੀਂਡਸਾ ਨੇ ਕਿਹਾ ਸੀ ਕਿ 4 ਦਿਨਾਂ ਬਾਅਦ ਉਹ ਕੁਝ ਨਾ ਕੁਝ ਦੱਸਣਗੇ। ਨਾਲ ਹੀ ਉਹਨਾਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਦੇ ਮੈਂਬਰ ਨੇ ਤੇ ਦਿੱਲੀ ਦੇ ਵਿੱਚ ਵੀ ਉਹਨਾਂ ਦੇ ਮਿੱਤਰ ਨੇ, ਜਿਨ੍ਹਾਂ ਦੇ ਨਾਲ ਉਹ ਗੱਲਾਂ ਬਾਤਾਂ ਕਰਦੇ ਨੇ ਤੇ ਸਲਾਹ ਵੀ ਲੈਂਦੇ ਨੇ। ਸਾਨੂੰ ਪਤਾ ਲੱਗਾ ਹੈ ਕਿ ਢੀਂਡਸਾ ਸਾਹਿਬ ਦਿੱਲੀ ਵਾਲੇ ਦੋਸਤਾਂ ਨਾਲ ਗੱਲ ਕਰ ਰਹੇ ਨੇ। ਉਹਨਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਕਿਹੜੇ ਲੋਕ ਨੇ ਜਿਹੜੇ ਉਹਨਾਂ ਨਾਲ ਗੱਲਾਂ ਕਰਦੇ ਨੇ। ਉਹਨਾਂ ਕਿਹਾ ਕਿ ਢੀਂਡਸਾ ਸਾਹਿਬ ਦੀ ਨਜ਼ਰ ਹਿੰਦੂ ਵੋਟ ਬੈਂਕ ਦੇ ਉੱਤੇ ਹੈ ਤੇ ਟਕਸਾਲੀ ਸ਼ਬਦ ਤੋਂ ਢੀਂਡਸਾ ਸਾਹਿਬ ਨੱਠ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੇਕਰ ਵੋਟਾਂ ਤੋਂ ਪਹਿਲਾਂ 1.5 ਸਾਲ ਪਹਿਲਾਂ ਇਹੋ ਜਿਹੇ ਵਿਚਾਰ ਸਾਹਮਣੇ ਆਉਣ ਲੱਗ ਪਏ ਆ ਤਾਂ ਇਸ ਤੋਂ ਬਾਅਦ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਟਕਸਾਲੀ ਦਲ ਦਾ ਕੀ ਬਣ ਸਕਦਾ ਤੇ ਜੇਕਰ ਕੱਲੇ ਹੋ ਕੇ ਲੜੇ ਤੇ ਢੀਂਡਸਾ ਗਰੁੱਪ ਦਾ ਕੀ ਬਣੂਗਾ। ਇਹਦੇ ਬਾਬਤ ਵੀ ਕਿਸੇ ਨੂੰ ਮੇਰਾ ਖਿਆਲ ਆ ਵੀ ਹਨੇਰੇ ਦੇ ਵਿੱਚ ਰਹਿਣਾ ਨਹੀਂ ਚਾਹੀਦਾ। ਗੱਲ ਸਾਰੀ ਇਸ ਵਕਤ ਸਭ ਦੇ ਸਾਹਮਣੇ ਆ ਰਹੀ ਹੈ।
ਗੱਲ ਅਸਲ ਦੇ ਵਿੱਚ ਇਹੀ ਹੈ ਕਿ ਵੋਟਾਂ ਤੋਂ ਪਹਿਲਾਂ ਵੀ ਲੜਾਈਆਂ ਇਹੋ ਜਿਹੀਆਂ ਜਾਰੀ ਰਹਿੰਦੀਆਂ, ਅਹੁਦੇਦਾਰੀਆਂ ਦਾ ਚੱਕਰ, ਮੇਰੀ ਪਾਰਟੀ ਆ, ਤੇਰੀ ਪਾਰਟੀ ਆ, ਮੈਂ ਐਂ ਕਰੂੰ, ਮੈਂ ਆ ਕਰੂੰ। ਪਰ ਜੇਕਰ ਵੋਟਾਂ ਦੇ ਵਿੱਚ ਸਫਲਤਾ ਨਹੀਂ ਮਿਲਦੀ ਫਿਰ ਉਸ ਤੋਂ ਵੱਧ ਲੜਾਈ, ਜੇ ਸਫਲਤਾ ਮਿਲ ਜਾਂਦੀ ਹੈ ਤਾਂ ਫਿਰ ਉਸ ਤੋਂ ਵੱਡੀ ਲੜਾਈ। ਯਾਨੀ ਕਿ ਜੋ ਵੱਖ-ਵੱਖ ਰਾਜਨੀਤਿਕ ਧਿਰਾਂ ਹੁੰਦੀਆਂ ਉਹਨਾਂ ਦੇ ਵਿੱਚ ਕਿਸੇ ਇੱਕ ਥਾਂ ਦੇ ਉੱਤੇ ਆ ਕੇ ਸਰਬਸੰਮਤੀ ਜਾਂ ਕਹਿ ਲਈਏ ਕਿ ਸਾਰੀਆਂ ਗੱਲਾਂ ਦੇ ਉੱਤੇ ਸਹਿਮਤੀ ਹੈ ਜਿਹੜੀ ਉਹ ਨਹੀਂ ਬਣਦੀ। ਇਸ ਕਰਕੇ ਸਮੇਂ-ਸਮੇਂ ਦੇ ਉੱਤੇ ਪੰਜਾਬ ਦੇ ਵਿੱਚ ਰਾਜਨੀਤਿਕ ਬਦਲਾਅ ਆਉਂਦੇ ਰੁਕੇ ਵੀ ਹੈ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਮੁਤਲਕ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਚਰਚਾ ਚੱਲਦੀ ਹੈ ਕਿ ਦਿੱਲੀ ਵਾਲਿਆਂ ਦੇ ਇਸ਼ਾਰੇ ਦੇ ਉੱਤੇ ਉਹ ਇਸ ਵਕਤ ਪੰਜਾਬ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਨਵਾਂ ਕਰ ਰਹੇ ਆ। ਉਹਨਾਂ ਨੇ ਲੋਕਡਾਊਨ ਦੇ ਵਿੱਚ ਆਪਣੀਆਂ ਸਰਗਰਮੀਆਂ ਘਟਾਈਆਂ, ਜਿਵੇਂ ਕਿ ਸਭ ਦੀਆਂ ਘਟੀਆਂ, ਪਰ ਸਮੇਂ-ਸਮੇਂ ਤੇ ਗੱਲ ਇਹੀ ਛਿੜੀ ਕਿ ਭਾਜਪਾ ਦੇ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਅੱਗੇ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ, ਤੇ ਵੋਟਾਂ ਤੋਂ ਪਹਿਲਾਂ ਇੱਕ ਨਵਾਂ ਧਮਾਕਾ ਹੋਊਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ। ਫਿਰ ਸਮੇਂ-ਸਮੇਂ ਤੇ ਖਬਰਾਂ ਆਈਆਂ ਕਿ ਢੀਂਡਸਾ ਸਾਹਿਬ ਨੇ ਜਿਹੜੇ ਉਹ ਬ੍ਰਹਮਪੁਰਾ ਗਰੁੱਪ ਦੇ ਨਾਲ ਜੁੜ ਰਹੇ ਆ, ਇਹਨਾਂ ਦੀ ਵਿਚਾਰਧਾਰਕ ਸਾਂਝ ਆ, ਇਹ ਸਾਰੇ ਦੇ ਸਾਰੇ ਅਕਾਲੀ ਦਲ ਬਾਦਲ ਦੇ ਵੱਲੋਂ ਸਤਾਏ ਹੋਏ ਆ। ਇਸ ਕਰਕੇ ਇਹਨਾਂ ਦੇ ਵੱਲੋਂ ਇੱਕ ਮੰਚ ਦੇ ਉੱਤੇ ਇਕੱਠਾ ਹੋਇਆ ਜਾਊਗਾ। ਪਰ ਜੇਕਰ ਹੁਣ ਬ੍ਰਹਮਪੁਰਾ ਹੋਰੀ ਇਸ ਵਕਤ ਹੀ ਢੀਂਡਸਾ ਹੋਰਾਂ ਦੇ ਬਾਬਤ ਇਹ ਗੱਲ ਕਹਿ ਰਹੇ ਆ ਕਿ ਅਸੀਂ ਉਹਨਾਂ ਦੇ ਕਹੇ ਪਾਰਟੀ ਭੰਗ ਨਹੀਂ ਕਰਨੀ, ਉਹ ਪਾਰਟੀ ਨਵੀਂ ਇਸ ਕਰਕੇ ਬਣਾਉਣੀ ਚਾਹੁੰਦੇ ਆ ਕਿਉਂਕਿ ਹਿੰਦੂ ਵੋਟ ਬੈਂਕ ਚਾਹੁੰਦੇ ਆ, ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਲੱਗਦਾ ਨਹੀਂ ਕਿ ਦੋਵਾਂ ਧਿਰਾਂ ਦਾ ਕੁਝ ਬਣ ਸਕਦਾ ਹੈ। ਬਾਕੀ ਵਕਤ ਦੱਸੂਗਾ ਕੀ ਬਣਦਾ ਕੀ ਨਹੀਂ ਬਣਦਾ, ਪਰ ਟਕਸਾਲੀ ਦਲ ਦੀ ਪਰਫਾਰਮੈਂਸ ਆ ਜਿਹੜੀ ਪੇਸ਼ਕਾਰੀ ਆ ਉਹ ਲੰਘੇ ਵੇਲੇ ਦੇ ਵਿੱਚ ਬਹੁਤੀ ਪ੍ਰਭਾਵਸ਼ਾਲੀ ਨਹੀਂ ਰਹੀ। ਆਉਂਦੇ ਸਮੇਂ ਦੇ ਵਿੱਚ ਕੀ ਪ੍ਰਭਾਵ ਸਿਰਜੂਗੀ ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ, ਪਰ ਢੀਂਡਸਾ ਗਰੁੱਪ ਆ ਜਿਹੜਾ ਹੌਲੀ-ਹੌਲੀ ਪੈਰ ਪੁੱਟਣ ਦੇ ਵਿੱਚ ਯਕੀਨ ਰੱਖ ਰਿਹਾ, ਹੌਲੀ-ਹੌਲੀ ਉਹ ਕੁਝ ਨਾ ਕੁਝ ਕਰਨਾ ਚਾਹੁੰਦਾ। ਤੁਹਾਨੂੰ ਸ਼ਾਇਦ ਚੇਤੇ ਹੋਵੇ ਕਿ 4-5 ਮਹੀਨੇ ਪਹਿਲਾਂ ਢੀਂਡਸਾ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਆਉਂਦੇ ਕੁਝ ਕੁ ਮਹੀਨਿਆਂ ਦੇ ਵਿੱਚ ਨਵੇਂ-ਨਵੇਂ ਧਮਾਕੇ ਹੋਣਗੇ ਅਕਾਲੀ ਦਲ ਬਾਦਲ ਦੇ ਵਿੱਚ। ਉਹਨਾਂ ਦੇ ਕਹਿਣ ਦਾ ਭਾਵ ਇਹ ਹੁੰਦਾ ਸੀ ਕਿ ਅਸੀਂ ਬੰਦੇ ਪੱਟਾਂਗੇ, ਜੇਕਰ ਸਾਡੇ ਬੰਦੇ ਪੱਟੇ ਜਾਣਗੇ ਤਾਂ ਅਸੀਂ ਉਹਦੇ ਨਾਲੋਂ ਦੁੱਗਣੇ ਬੰਦੇ ਪੱਟ ਕੇ ਲਿਆਵਾਂਗੇ ਆਪਣੀ ਧਿਰ ਦੇ ਵਿੱਚ। ਪਰ ਲੋਕਡਾਊਨ ਦੇ ਕਰਕੇ ਬੰਦੇ ਪੱਟਣ ਧਰਨ ਦਾ ਸਿਲਸਿਲਾ ਬੰਦ ਹੋ ਗਿਆ, ਤੇ ਆਉਂਦੇ ਸਮੇਂ ਦੇ ਵਿੱਚ ਇਹ ਕਦੋਂ ਕੁ ਰਫ਼ਤਾਰ ਜਾਰੀ ਹੁੰਦੀ ਹੈ, ਕਦੋਂ ਕੁ ਢੀਂਡਸਾ ਸਾਹਿਬ ਬੰਦੇ ਪੱਟਣ ਦਾ ਸਿਲਸਿਲਾ ਸ਼ੁਰੂ ਕਰਦੇ ਆ, ਤੇ ਉਹ ਪੱਟੇ ਗਏ ਬੰਦੇ ਪੰਜਾਬ ਪੱਖੀ ਕਿੰਨੇ ਕੁ ਸਾਬਤ ਹੁੰਦੇ ਆ, ਇਹ ਵਕਤ ਨੇ ਬਿਆਨ ਕਰਨਾ। ਭਾਰਤ ਦੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਮੋਦੀ ਸਰਕਾਰ ਨੇ ਜੋ ਚੀਨ ਦੀਆਂ ਐਪਸ ਨੂੰ ਬੰਦ ਕਰਕੇ ਇੱਕ ਡਿਜੀਟਲ ਜਾਂ ਕਹਿ ਲਈਏ ਸੋਸ਼ਲ ਮੀਡੀਆ ਦੇ ਉੱਤੇ ਸਰਜੀਕਲ ਸਟ੍ਰਾਈਕ ਕੀਤੀ ਹੈ, ਇਹ ਵੀ ਇੱਕ ਕਮਾਲ ਹੀ ਹੈ। ਵੈਸੇ ਇਸ ਗੱਲ ਦੇ ਉੱਤੇ ਹੈਰਾਨ ਹੋਣ ਦੀ ਲੋੜ ਨਹੀਂ, ਕਿਉਂਕਿ ਚੀਨ ਦੀ ਐਪ ਬੰਦ ਕਰਨ ਤੋਂ ਬਾਅਦ ਭਾਵੇਂ ਉਹ ਟਿਕਟੌਕ ਹੈ, ਭਾਵੇਂ ਉਹ ਸ਼ੇਅਰਇਟ ਹੈ, ਭਾਵੇਂ ਕੋਈ ਹੋਰ ਹੈ, ਉਹਦੇ ਕਰਕੇ ਸੋਸ਼ਲ ਮੀਡੀਆ ਦੇ ਉੱਤੇ 100 ਕਿਸਮ ਦੀਆਂ ਗੱਲਾਂ ਬਾਤਾਂ ਚੱਲੀਆਂ। ਕਈਆਂ ਦਾ ਇਹ ਕਹਿਣਾ ਕਿ ਇੰਨਾ ਕੁ ਕੁਝ ਕਰਨ ਦੇ ਨਾਲ ਸਾਨੂੰ ਆਪਣੀ ਛਾਤੀ ਬਹੁਤੀ ਫੁਲਾਉਣੀ ਨਹੀਂ ਚਾਹੀਦੀ, ਤੇ ਕਈਆਂ ਦਾ ਇਹ ਕਹਿਣਾ ਜੀ ਕਿ ਜਿੰਨਾ ਕੁਝ ਕੀਤਾ ਇਹਦੇ ਬਾਬਤ ਵੀ ਆਸ ਨਹੀਂ ਸੀ, ਜੋ ਕਰਤਾ ਬਹੁਤ ਕਮਾਲ ਦਾ ਕਰਤਾ। ਸੋ ਟਿਕਟੌਕ ਨੂੰ ਬੰਦ ਕਰਨ ਦੇ ਮੁਤਲਕ ਲੋਕਾਂ ਦੇ ਆਪੋ ਆਪਣੇ ਵਿਚਾਰ ਹੈ। ਲੋਕਾਂ ਦਾ ਇਹ ਕਹਿਣਾ ਵੀ ਚੀਨ ਦੇ ਮੋਬਾਈਲ ਵੀ ਬੰਦ ਕੀਤੇ ਜਾਣ, ਕਿਉਂਕਿ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਹੀ ਤਾਂ ਚੀਨ ਦੀਆਂ ਐਪਸ ਨੇ। ਪਰ ਕਈ ਲੋਕਾਂ ਦਾ ਇਹ ਕਹਿਣਾ ਕਿ ਬਾਕੀ ਵੀ ਜਿਹੜੇ ਕੰਮਕਾਜ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ, ਜਿਹੜੇ ਅਸੀਂ ਕਾਰੋਬਾਰੀ ਰਿਸ਼ਤੇ ਰੱਖੇ ਆ, ਉਹ ਸਾਰੇ ਦੇ ਸਾਰੇ ਬੰਦ ਹੋਣੇ ਚਾਹੀਦੇ ਆ। ਪਰ ਕੀ ਕਰੇ, ਇੱਦਾਂ ਹੋ ਸਕਦਾ ਹੈ? ਮੇਰਾ ਖਿਆਲ ਤਾਂ ਨਹੀਂ, ਬਾਕੀ ਲੋਕਾਂ ਦੀ ਆਪੋ ਆਪਣੀ ਮਰਜ਼ੀ ਹੈ। ਪਰ ਰਵੀ ਸ਼ੰਕਰ ਪ੍ਰਸਾਦ ਕਿਉਂਕਿ ਕੇਂਦਰੀ ਮੰਤਰੀ ਹੈ, ਇਸ ਕਰਕੇ ਉਹਨਾਂ ਨੇ ਕੱਲੀ ਗੱਲ ਦੇ ਉੱਤੇ ਪ੍ਰਵਾਨਗੀ ਦੀ ਪੱਕੀ ਮੋਹਰ ਲਾਈ ਆ। ਉਹਨਾਂ ਨੇ ਕਿਹਾ ਵੀ ਜੋ ਹੋ ਗਿਆ ਕਮਾਲ ਹੋ ਗਿਆ, ਇਹਦੇ ਨਾਲ ਤਾਂ ਚੀਨ ਨੂੰ ਬਹੁਤ ਹੀ ਸਖਤ ਸੰਦੇਸ਼ ਚਲਾ ਗਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਚੀਨ ਦੀਆਂ 59 ਐਪ ਬੰਦ ਕਰਨ ਦੇ ਫੈਸਲੇ ਨੂੰ ਡਿਜੀਟਲ ਸਟ੍ਰਾਈਕ ਦੱਸਿਆ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ, ਪਰ ਜੇਕਰ ਕੋਈ ਵੀ ਬੁਰੀ ਅੱਖ ਰੱਖੇਗਾ ਤਾਂ ਮੂੰਹ ਤੋੜ ਉੱਤਰ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਵਕਤ ਸਿਰਫ 2C ਯਾਨੀ ਕਰੋਨਾ ਤੇ ਚੀਨ ਦੇ ਉੱਤੇ ਚਰਚਾ ਹੋ ਰਹੀ ਹੈ। ਵਰਚੁਅਲ ਰੈਲੀ ਦੇ ਜ਼ਰੀਏ ਅੱਜ ਬੰਗਾਲ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਪ੍ਰਸਾਦ ਨੇ ਕਿਹਾ ਕਿ 15 ਜੂਨ ਨੂੰ ਗਲਵਾਨ ਦੇ ਵਿੱਚ ਸਾਡੇ 20 ਜਵਾਨ ਸ਼ਹੀਦ ਹੋਏ ਤੇ ਚੀਨ ਦੇ ਦੁੱਗਣੇ ਸੈਨਿਕ ਅਸੀਂ ਮਾਰੇ। ਹੁਣ ਤੁਸੀਂ ਜਾਣਦੇ ਹੀ ਹੋ ਕਿ ਮਾਰੇ ਗਏ ਸੈਨਿਕਾਂ ਦੀ ਗਿਣਤੀ ਚੀਨ ਨੇ ਕਿਉਂ ਨਹੀਂ ਦੱਸੀ। ਪ੍ਰਸਾਦ ਨੇ ਉਰੀ ਤੇ ਪੁਲਵਾਮਾ ਦੇ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਜਵਾਬੀ ਕਾਰਵਾਈ ਦੀ ਵੀ ਯਾਦ ਦਿਵਾਈ। ਉਹਨਾਂ ਦੇ ਨਾਲ ਚੀਨ ਦੀਆਂ ਹਰਕਤਾਂ ਨੂੰ ਜੋੜਦੇ ਹੋਏ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੇ ਕਹਿ ਰਹੇ ਨੇ ਕਿ ਸਾਡੇ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ, ਤਾਂ ਇਸ ਦੇ ਮਾਇਨੇ ਇਹੀ ਨੇ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਚੀਨ ਨੂੰ ਸਬਕ ਸਿਖਾ ਕੇ ਛੱਡਾਂਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਵੀ ਸ਼ੰਕਰ ਪ੍ਰਸਾਦ ਹੋਣ ਜਾਂ ਭਾਰਤ ਦੇ ਹੋਰ ਕੇਂਦਰੀ ਮੰਤਰੀ ਹੋਣ ਜਾਂ ਭਾਜਪਾ ਪੱਖੀ ਹੋਰ ਲੋਕਾਂ ਦੀ ਗੱਲ ਹੋਵੇ, ਉਹਨਾਂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਬਹੁਤ ਕੁਝ ਕਿਹਾ ਗਿਆ।
ਇਹ ਉਹਨਾਂ ਦੇ ਲਈ ਜ਼ਰੂਰੀ ਵੀ ਹੈ ਤੇ ਇਹ ਉਹਨਾਂ ਦੇ ਲਈ ਮਜਬੂਰੀ ਵੀ ਹੈ ਕਿ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਹਾਂ ਦੇ ਵਿੱਚ ਹਾਂ ਮਿਲਾਉਣੀ ਹੀ ਮਿਲਾਉਣੀ ਆ। ਪਰ ਜੋ ਕੁਝ ਕੰਧ ਦੇ ਉੱਤੇ ਲਿਖਿਆ ਹੋਇਆ ਉਹ ਆਮ ਲੋਕ ਵੀ ਪੜ੍ਹ ਰਹੇ ਆ, ਪਰ ਕੇਂਦਰ ਦੇ ਕਈ ਮੰਤਰੀਆਂ ਦੇ ਵੱਲੋਂ, ਕਈ ਸੰਤਰੀਆਂ ਦੇ ਵੱਲੋਂ ਨਹੀਂ ਪੜ੍ਹਿਆ ਜਾਂਦਾ। ਇਸ ਵਕਤ ਜ਼ਰੂਰਤ ਇਸ ਗੱਲ ਦੀ ਨਹੀਂ ਹੈ ਕਿ ਅਸੀਂ ਐਪ ਬੰਦ ਕਰਕੇ ਤੇ ਗੱਲਬਾਤ ਖਤਮ ਕਰ ਦਈਏ। ਇਸ ਵਕਤ ਸਵਾਲ ਇਹ ਵੀ ਹੈ ਕਿ ਜੇਕਰ PM ਕੇਅਰ ਫੰਡ ਦੇ ਵਿੱਚ ਚੀਨ ਦੀਆਂ ਕੰਪਨੀਆਂ ਨੇ ਪੈਸਾ ਭੇਜਿਆ ਤਾਂ ਉਹ ਨਸ਼ਰ ਕੀਤਾ ਜਾਵੇ ਤੇ ਨਸ਼ਰ ਕਰਕੇ ਉਹ ਵਾਪਸ ਵੀ ਕਰ ਦਿੱਤਾ ਜਾਵੇ ਕਿ ਸਾਨੂੰ ਤੁਹਾਡੇ ਪੈਸੇ ਦੀ ਲੋੜ ਨਹੀਂ। ਜੇਕਰ ਤੁਸੀਂ ਕਰੋਨਾ ਫੈਲਾ ਸਕਦੇ ਆ, ਜੇਕਰ ਸਾਡੀਆਂ ਸਰਹੱਦਾਂ ਦੇ ਉੱਤੇ ਤਣਾਅ ਪੈਦਾ ਕਰ ਸਕਦੇ ਆ, ਸਾਨੂੰ ਤੁਹਾਡੇ 20 ਕਰੋੜ ਦੀ, 50 ਕਰੋੜ ਦੀ, 100 ਕਰੋੜ ਦੀ ਜ਼ਰੂਰਤ ਨਹੀਂ ਹੈ। ਜੇਕਰ ਭਾਰਤ ਦੇ ਵਿੱਚ ਰਾਜਨੀਤੀ ਇਹਨਾਂ ਮੁੱਦਿਆਂ ਦੇ ਉੱਤੇ ਹੋ ਸਕਦੀ ਹੈ ਤਾਂ ਫਿਰ ਅਸਲ ਕੰਮ ਕਿਹੜੀ ਗੱਲੋਂ ਨਹੀਂ ਹੋ ਸਕਦਾ। ਜੇਕਰ ਇਸ ਵਕਤ ਭਾਜਪਾ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਇੱਕ ਡਿਜੀਟਲ ਸਟ੍ਰਾਈਕ ਕੀਤੀ ਅਸੀਂ, ਇਹ ਇੱਕ ਬਹੁਤ ਕਮਾਲ ਦੀ ਗੱਲ ਹੈ, ਸਾਨੂੰ ਇਹਦੇ ਉੱਤੇ ਕੋਈ ਇਤਰਾਜ਼ ਨਹੀਂ ਹੈ। ਇਸ ਵਕਤ ਤਾਂ ਭਾਰਤ ਦੀ ਸਰਕਾਰ ਨੂੰ ਇਹ ਵੀ ਸਵਾਲ ਕੀਤਾ ਜਾ ਰਿਹਾ ਬੁੱਧੀਜੀਵੀਆਂ ਦੇ ਵੱਲੋਂ ਕਿ PUBG ਨੂੰ ਸਭ ਤੋਂ ਪਹਿਲਾਂ ਬੰਦ ਕਰਨਾ ਚਾਹੀਦਾ ਸੀ, ਕਿਉਂਕਿ ਉਹਦੇ ਕਰਕੇ ਜਵਾਨੀ ਕਿੰਨੇ ਵੱਡੇ ਪੱਧਰ ਦੇ ਉੱਤੇ ਵਿਹਲੀ ਵੀ ਹੋਈ ਹੈ ਤੇ ਕਿਸ ਤਰੀਕੇ ਦੇ ਨਾਲ ਡਿਪਰੈਸ਼ਨ ਦੇ ਵਿੱਚ ਵੀ ਗਈ ਹੈ ਤੇ ਕਿਵੇਂ ਕਈ ਨੌਜਵਾਨਾਂ ਨੇ ਖੁਦਕੁਸ਼ੀਆਂ ਵੀ ਕੀਤੀਆਂ। ਇਹਦੇ ਬਾਬਤ ਵੀ ਸਵਾਲ ਦੇ ਉੱਤੇ ਸਵਾਲ ਖੜਾ ਹੋ ਰਿਹਾ। ਸੋ ਆਉਂਦੇ ਸਮੇਂ ਦੇ ਵਿੱਚ ਚੀਨ ਨੂੰ ਅਸੀਂ ਕਿਵੇਂ ਸਬਕ ਸਿਖਾਵਾਂਗੇ ਇਹ ਤਾਂ ਵਕਤ ਦੱਸੂਗਾ, ਪਰ ਲੋਕਾਂ ਦੀ ਇੱਛਾ ਜ਼ਰੂਰ ਹੈ ਕਿ ਜੋ 56 ਇੰਚ ਦੀ ਛਾਤੀ ਵਾਲੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਕੁਝ ਨਾ ਕੁਝ ਸੱਚੀ ਮੁੱਚੀ ਤੇ ਸਹੀ ਅਰਥਾਂ ਦੇ ਵਿੱਚ ਕਰਕੇ ਦਿਖਾਉਣ। ਜੇਕਰ ਉਹ ਕਦੇ 12 ਮਿੰਟ, ਕਦੇ 16 ਮਿੰਟ ਆ ਕੇ ਗੱਲ ਕਹਿਣਗੇ, ਭਾਸ਼ਣ ਦੇਣਗੇ ਕਿ ਜੀ ਹਮਨੇ ਤਾਂ ਬਹੁਤ ਕੁਝ ਕਰ ਦਿਆ, ਲੋਕਾਂ ਨੂੰ ਇਸ ਗੱਲ ਦੇ ਉੱਤੇ ਯਕੀਨ ਹੁਣ ਘੱਟ ਹੈ। ਲੋਕ ਇਹ ਚਾਹੁੰਦੇ ਆ ਕਿ ਤਲੀ ਦੇ ਉੱਤੇ ਸਰੋਂ ਜਮਾ ਕੇ ਦਿਖਾਈ ਜਾਵੇ। ਅਸੀਂ ਇਸ ਗੱਲ ਦੇ ਵਿੱਚ ਤਾਂ ਸਰੋਂ ਨਹੀਂ ਜਮਾਈ ਕਿ ਭਾਰਤ ਦੇ ਵਿੱਚੋਂ ਗਰੀਬੀ ਖਤਮ ਕਰ ਦੇਈਏ ਜਾਂ ਭਾਰਤ ਦੇ ਵਿੱਚੋਂ ਮਹਿੰਗਾਈ ਖਤਮ ਕਰ ਦੇਈਏ। ਇਹ ਗੱਲਾਂ ਅਸੀਂ 2014 ਤੋਂ ਪਹਿਲਾਂ ਕਹਿੰਦੇ ਸੀ ਕਿ ਮਹਿੰਗਾਈ ਨੂੰ ਖਤਮ ਕਰ ਦਿਆਂਗੇ, ਇੱਕ ਵਾਰ ਆਉਣ ਦਾ ਮੌਕਾ ਦੇ ਦਿਓ। ਅਸੀਂ ਮਹਿੰਗਾਈ ਵੀ ਨਹੀਂ ਖਤਮ ਕਰ ਸਕੇ, ਅਸੀਂ ਤਣਾਅ ਵੀ ਨਹੀਂ ਖਤਮ ਕਰ ਸਕੇ ਸਰਹੱਦਾਂ ਦੇ ਉੱਤੇ, ਤਾਂ ਫਿਰ ਅਸੀਂ ਕੀਤਾ ਕੀ ਹੈ? ਸਵਾਲਾਂ ਦਾ ਸਵਾਲ ਇਹ ਹੈ। ਪਰ ਜੇਕਰ ਕੋਈ ਇਸ ਤਰੀਕੇ ਦਾ ਤਿੱਖਾ ਸਵਾਲ ਭਾਜਪਾ ਦੇ ਕੁਝ ਕੁ ਨੇਤਾਵਾਂ ਨੂੰ ਕਰਦਾ ਤਾਂ ਉਹ ਅੱਗੋਂ ਪੈ ਨਿਕਲਦੇ ਆ। ਉਹ ਇਹ ਗੱਲ ਕਹਿੰਦੇ ਤੁਹਾਨੂੰ ਫਲਾਣੀ ਪਾਰਟੀ ਨੇ ਕਿਹਾ ਹੋਣਾ, ਤੁਹਾਨੂੰ ਫਲਾਣੀ ਪਾਰਟੀ ਨੇ ਕਿਹਾ ਹੋਣਾ। ਪਾਰਟੀ ਕਿਸੇ ਦੀ ਕੋਈ ਵੀ ਹੋਵੇ, ਪਰ ਭਾਰਤ ਪੱਖੀ ਜੇਕਰ ਗੱਲਾਂ ਨਹੀਂ ਹੁੰਦੀਆਂ ਤਾਂ ਉਹਨਾਂ ਸਾਰੀਆਂ ਪਾਰਟੀਆਂ ਦੇ ਉੱਤੇ ਸਵਾਲ ਖੜਾ ਕਰਨਾ ਭਾਰਤ ਦੇ ਹਰ ਵੋਟਰ, ਭਾਰਤ ਦੇ ਹਰ ਨਾਗਰਿਕ ਦਾ ਪਹਿਲ ਪਲੱਕੜਾ ਫਰਜ਼ ਬਣਦਾ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।